क्या तुसी किसी इकट्ठ ਨੂੰ ਸੰਬੋਧਨ ਕਰਨ ਤੋਂ ਘਬਰਾਉਂਦੇ ਹੋ ਜਾਂ ਇਹੋ ਜਿਹੇ ਵੇਲੇ ਨੂੰ ਟਾਲਣ ਦਾ ਯਤਨ ਕਰਦੇ ਰਹਿੰਦੇ ਹੋ? ਪਰ ਇਸ ਤੋਂ ਭੱਜਣ ਦਾ ਕੋਈ ਲਾਭ ਨਹੀਂ, ਕਿਉਂਕਿ ਜਨਤਾ ਵਿੱਚ ਬੋਲਣਾ ਇੱਕ ਕਲਾ ਹੈ ਔਰ ਇਸ ਕਲਾ ਨੂੰ ਸਿੱਖਿਆ ਜਾ ਸਕਦਾ ਹੈ। ਅੱਜ ਅਸੀਂ ਗੱਲ ਕਰਾਂਗੇ ਡੇਲ ਕਾਰਨੇਗੀ ਦੀ ਮਸ਼ਹੂਰ ਕਿਤਾਬ ਦ ਕੁਇਕ ਐਂਡ ਈਜ਼ੀ ਵੇ ਟੂ ਇਫੈਕਟਿਵ ਸਪੀਕਿੰਗ ਦੇ ਬਾਰੇ। ਜਿਸ ਵਿਸ਼ੇ ਤੇ ਵਿਚਾਰ ਪੇਸ਼ ਕਰਨੇ ਹੋਣ ਉਸ ਨੂੰ ਕੰਠ ਕਰਨ ਦੀ ਰੁਚੀ ਤੋਂ ਬਚਿਆ ਜਾਵੇ, ਕਿਉਂਕਿ ਜੇਕਰ ਅਸੀਂ ਵਿੱਚੋਂ ਦੀ ਕੁਝ ਭੁੱਲ ਗਏ ਤੇ ਲੜੀ ਦੇ ਟੁੱਟਣ ਦਾ ਖਤਰਾ ਹੈ, ਬਲਕਿ ਆਪਣੇ ਵਿਚਾਰਾਂ ਵਿੱਚ ਕਰਮਵਾਰ ਕੁਝ ਪੁਆਇੰਟਸ ਬਣਾ ਲਏ ਜਾਣ। ਤੁਸੀਂ ਦੇਖ ਸਕਦੇ ਹੋ, ਪੂਰੇ ਪੈਰਾਗ੍ਰਾਫ ਨੂੰ ਚੇਤੇ ਰੱਖਣ ਦੀ ਬਜਾਏ ਉਸ ਦੇ ਕੇਂਦਰੀ ਭਾਵ ਨੂੰ ਚੇਤੇ ਰੱਖਣਾ ਜ਼ਿਆਦਾ ਸੌਖਾ ਹੈ। ਸਭ ਤੋਂ ਪਹਿਲਾਂ ਇਸ ਗੱਲ ਦਾ ਫੈਸਲਾ ਸੁਨਿਸ਼ਚਿਤ ਕਰ ਲਿਆ ਜਾਵੇ ਕਿ ਤੁਹਾਡੇ ਸੰਬੋਧਨ ਦਾ ਮਕਸਦ ਕੀ ਹੈ, ਜਿਸ ਤਰ੍ਹਾਂ ਕਿ ਮਨੋਰੰਜਨ, ਜਾਣਕਾਰੀ, ਵਿਚਾਰਾਂ ਦੀ ਸਾਂਝ ਜਾਂ ਫਿਰ ਕੁਝ ਹੋਰ। ਆਪਣੇ ਤਜਰਬੇ ਮੁਤਾਬਕ ਵਿਸ਼ੇ ਦੀ ਚੋਣ ਕੀਤੀ ਜਾਵੇ ਤਾਂ ਕਿ ਅਸੀਂ ਉਸ ਵਿਸ਼ੇ ਨੂੰ ਚੰਗੀ ਤਰ੍ਹਾਂ ਨਿਭਾ ਸਕੀਏ। ਕਿਸੇ ਵੀ ਵਿਸ਼ੇ ਤੇ ਬੋਲਦਿਆਂ ਸ਼ੁਰੂਆਤੀ ਸਮਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ। ਉਸ ਵਿੱਚ ਕਿਸੇ ਖਾਸ ਉਦਾਹਰਣ ਜਾਂ ਕਹਾਣੀ ਦਾ ਉਲੇਖ ਕੀਤਾ ਜਾ ਸਕਦਾ ਹੈ। ਜੇਕਰ ਤੁਹਾਨੂੰ ਭੁੱਲ ਜਾਣ ਦਾ ਸੰਸਾ ਰਹਿੰਦਾ ਹੈ ਤੇ ਜਨਤਾ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਦੋਸਤ, ਮਿੱਤਰ ਜਾਂ ਪਰਿਵਾਰ ਦੇ ਕਿਸੇ ਸਦੱਸਿਆ ਨਾਲ ਇਸ ਦਾ ਅਭਿਆਸ ਕਰ ਲਿਆ ਜਾਵੇ। ਸ਼ੁਰੂਆਤੀ ਅਤੇ ਅੰਤਲੇ ਵਾਕਾਂ ਨੂੰ ਚੰਗੀ ਤਰ੍ਹਾਂ ਅਭਿਆਸ ਕਰ ਲੈਣਾ ਚਾਹੀਦਾ ਹੈ। ਜਿਸ ਤਰ੍ਹਾਂ ਬਿਨਾਂ ਪਾਣੀ ਵਿੱਚ ਉਤਰਿਆਂ ਅਸੀਂ ਤਰਨਾ ਨਹੀਂ ਸਿੱਖ ਸਕਦੇ, ਸਾਈਕਲ ਦੀ ਕਾਠੀ ਤੇ ਚੜ੍ਹੇ ਬਿਨਾਂ ਅਸੀਂ ਸਾਈਕਲ ਚਲਾਣੀ ਨਹੀਂ ਸਿੱਖ ਸਕਦੇ। ਇਸੇ ਤਰ੍ਹਾਂ ਚੰਗੇ ਬੁਲਾਰੇ ਬਣਨ ਲਈ ਸਾਨੂੰ ਜਨਤਾ ਦੇ ਮੂਹਰੇ ਆਉਣਾ ਹੀ ਪਵੇਗਾ। ਸਾਨੂੰ ਆਪਣੇ ਰੋਜ਼ਮर्रा ਦੇ ਜੀਵਨ ਵਿੱਚ ਜਿੱਥੇ ਵੀ ਮੌਕਾ ਮਿਲੇ ਉੱਥੇ ਅੱਗੇ ਵੱਧ ਕੇ ਸਾਨੂੰ ਹਿੱਸਾ ਲੈਣਾ ਚਾਹੀਦਾ ਹੈ। ਹੁਣ ਚਾਹੇ ਕਿਸੇ ਸੰਸਥਾ ਦਾ ਮੈਂਬਰ ਬਣਨਾ ਪਵੇ, ਆਪਣੇ ਸਕੂਲ, ਕਾਲਜ ਜਾਂ ਆਫਿਸ ਦੀ ਨੁਮਾਇੰਦਗੀ ਕਰਨੀ ਪਵੇ, ਸਾਨੂੰ ਐਸੇ ਮੌਕੇ ਕਦੇ ਵੀ ਗਵਾਉਣੇ ਨਹੀਂ ਚਾਹੀਦੇ ਹਨ, ਕਿਉਂਕਿ ਇਹ ਸਾਨੂੰ ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਦਾ ਵਸੀਲਾ ਬਣਦੇ ਹਨ। ਆਪਣੇ ਆਪ ਦੀ ਇੱਕ ਕਾਮਯਾਬ ਬੁਲਾਰੇ ਵਜੋਂ ਕਲਪਨਾ ਕਰੋ। ਇਸ ਤਰ੍ਹਾਂ ਕਰਨ ਨਾਲ ਇਹ ਕਲਪਨਾ ਹੀ ਹਕੀਕਤ ਦਾ ਰੂਪ ਲੈ ਲਵੇਗੀ। ਆਪਣੀਆਂ ਹੱਡਬੀਤੀਆਂ ਦੀ ਮਿਸਾਲ ਦੇ ਕੇ ਆਪਣਾ ਸਵੈ ਭਰੋਸਾ ਤੇ ਵਧੇਗਾ ਹੀ, ਨਾਲ ਹੀ ਸਰੋਤਿਆਂ ਦੀ ਰੁਚੀ ਵੀ ਜਾਗੇਗੀ। ਆਪਣੀ ਕਹਾਣੀ ਵਿੱਚ ਕਦੋਂ, ਕਿੱਥੇ, ਕੌਣ, ਕੀ ਹੋਰ ਕਿਉਂ ਵਰਗੇ ਸਵਾਲਾਂ ਦੇ ਜਵਾਬ ਪੂਰੀ ਤਸਵੀਰ ਨੂੰ ਚੰਗੀ ਤਰ੍ਹਾਂ ਦਰਸਾਉਣ ਵਿੱਚ ਸਹਾਇਕ ਹੁੰਦੇ ਹਨ। ਬੋਲਦੇ ਹੋਏ ਆਪਣੇ ਵਿਸ਼ੇ ਦੇ ਦਾਇਰੇ ਤੋਂ ਬਾਹਰ ਕਦੀ ਵੀ ਨਾ ਜਾਓ ਅਤੇ ਉਸ ਨੂੰ ਘੱਟ ਤੋਂ ਘੱਟ ਸ਼ਬਦਾਂ ਵਿੱਚ ਸਮੇਟਣ ਦਾ ਯਤਨ ਕੀਤਾ ਜਾਵੇ। ਆਪਣੇ ਵਿਚਾਰਾਂ ਨੂੰ ਇੱਕ ਅਰਥਪੂਰਨ ਲੜੀ ਵਿੱਚ ਪਿਰੋ ਕੇ ਪੇਸ਼ ਕਰੋ, ਕਿਉਂਕਿ ਇਸ ਤਰ੍ਹਾਂ ਸਰੋਤਿਆਂ ਨੂੰ ਬੰਨ੍ਹ ਕੇ ਰੱਖਣਾ ਜ਼ਿਆਦਾ ਸੌਖਾ ਹੈ। ਵਿਚਾਰਾਂ ਨੂੰ ਗਿਣਤੀਆਂ ਵਿੱਚ ਦਰਸਾਉਣ ਨਾਲ ਉਹ ਛੇਤੀ ਯਾਦ ਰਹਿੰਦੇ ਹਨ ਅਤੇ ਸੰਬੋਧਨ ਕਰਨ ਵਿੱਚ ਵੀ ਸੌਖ ਹੁੰਦੀ ਹੈ। ਦੂਜਿਆਂ ਦੀ ਨਕਲ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਹਮੇਸ਼ਾ ਆਪਣਾ ਨਵੇਕਲਾ ਅੰਦਾਜ਼ ਪੇਸ਼ ਕਰੋ। ਲੋਕਾਂ ਨੂੰ ਤਮਾਸ਼ੇ ਨਾਲੋਂ ਜ਼ਿਆਦਾ ਸੱਚਾਈ ਪ੍ਰਭਾਵਿਤ ਕਰਦੀ ਹੈ, ਇਸ ਲਈ ਆਪਣੀ ਵਿਲੱਖਣਤਾ ਨੂੰ ਬਰਕਰਾਰ ਰੱਖਿਆ ਜਾਵੇ। ਪੇਚੀਦਾ ਵਿਚਾਰਾਂ ਨੂੰ ਸੌਖਾ ਕਰਕੇ ਪੇਸ਼ ਕੀਤਾ ਜਾਵੇ। ਔਖੇ ਵਿਸ਼ਿਆਂ ਨੂੰ ਸੌਖੇ ਉਦਾਹਰਣ ਨਾਲ ਖੋਲ ਕੇ ਸਮਝਾਇਆ ਜਾ ਸਕਦਾ ਹੈ ਅਤੇ ਤਕਨੀਕੀ ਅੱਖਰਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ। ਸਰੋਤਿਆਂ ਦੀ ਸ਼ਮੂਲੀਅਤ ਸਰੋਤਿਆਂ ਨੂੰ ਬੰਨ੍ਹ ਕੇ ਰੱਖਦੀ ਹੈ ਅਤੇ ਇਹੋ ਜਿਹਾ ਮੌਕਾ ਸਰੋਤਿਆਂ ਲਈ ਯਾਦਗਾਰੀ ਹੋ ਨਿਬੜਦਾ ਹੈ। ਆਪਣੇ ਸਰੋਤਿਆਂ ਨੂੰ ਆਪਣਾ ਸਾਥੀ ਬਣਾ ਲਵੋ। ਸਰੋਤਿਆਂ ਦੇ ਨਾਂ ਦੀ ਉਚੇਚਾ ਤੌਰ ਤੇ ਵਰਤੋਂ ਕੀਤੀ ਜਾਵੇ। ਜਿਸ ਸੰਬੋਧਨ ਵਿੱਚ ਅਸੀਂ ਸਰੋਤਿਆਂ ਨੂੰ ਸ਼ਾਮਿਲ ਕਰ ਲੈਂਦੇ ਹਾਂ, ਉਸ ਨਾਲ ਸਰੋਤਿਆਂ ਨੂੰ ਸਤਿਕਾਰ ਪ੍ਰਾਪਤ ਹੁੰਦਾ ਹੈ ਔਰ ਉਹ ਇਹੋ ਜਿਹੀ ਮੁਲਾਕਾਤਾਂ ਨੂੰ ਕਦੇ ਵੀ ਨਹੀਂ ਭੁੱਲਦੇ। ਯਾਦ ਰੱਖੋ, ਜਨਤਾ ਵਿੱਚ ਬੋਲਣ ਦਾ ਝਾਕਾ ਇੱਕ ਕੁਦਰਤੀ ਗੱਲ ਹੈ। ਇਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ, ਪਰ ਸਿਖਲਾਈ ਅਤੇ ਅਭਿਆਸ ਰਾਹੀਂ ਇਸ ਝਾਕੇ ਤੋਂ ਨਿਜਾਤ ਪਾਈ ਜਾ ਸਕਦੀ ਹੈ ਅਤੇ ਇੱਕ ਉੱਗੇ ਬੁਲਾਰੇ ਬਣਿਆ ਜਾ ਸਕਦਾ ਹੈ। ਵਿਚਾਰਾਂ ਨੂੰ ਸਹੀ ਸਮੇਂ, ਸਹੀ ਥਾਂ ਅਤੇ ਸਹੀ ਲੋਕਾਂ ਵਿੱਚ ਪੇਸ਼ ਕਰਨਾ ਬਹੁਤ ਜ਼ਰੂਰੀ ਹੈ। ਆਪਣੇ ਆਪ ਨੂੰ ਸੁਚੇਤ ਰੱਖ ਕੇ ਅਸੀਂ ਆਪਣੇ ਵਿਚਾਰਾਂ ਨਾਲ ਇਨਕਲਾਬ ਲਿਆ ਸਕਦੇ ਹਾਂ। ਮੇਰਾ ਨਾਮ ਸਤਿੰਦਰ ਸਿੰਘ ਹੈ ਤੇ ਮੈਂ ਸਿੰਘ ਵਿਜ਼ਡਮ ਚੈਨਲ ਉੱਤੇ ਬੱਚਿਆਂ ਤੋਂ ਲੈ ਕੇ ਯੰਗਸਟਰਸ ਅਤੇ ਪ੍ਰੋਫੈਸ਼ਨਲਸ ਦੇ ਲਈ ਐਜੂਕੇਸ਼ਨ ਸੀਰੀਜ਼ ਨੂੰ ਪੰਜਾਬੀ ਭਾਸ਼ਾ ਵਿੱਚ ਬਣਾ ਕੇ ਸਾਂਝ ਕਰਦਾ ਹਾਂ। ਜੇਕਰ ਤੁਸੀਂ ਮੈਨੂੰ ਇਹਨਾਂ ਵੀਡੀਓਜ਼ ਦੇ ਲਈ ਕੋਈ ਸਲਾਹ ਦੇਣਾ ਚਾਹੁੰਦੇ ਹੋ ਤੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਜਾਂ ਕਮੈਂਟ ਕਰ ਸਕਦੇ ਹੋ। ਮੈਨੂੰ ਉਮੀਦ ਹੈ ਕਿ ਆਪ ਜੀ ਨੂੰ ਇਹ ਵੀਡੀਓਜ਼ ਪਸੰਦ ਆ ਰਹੇ ਹੋਣਗੇ ਅਤੇ ਅੱਗੇ ਆਉਣ ਵਾਲੀ ਸੀਰੀਜ਼ ਨੂੰ ਆਪ ਜੀ ਇਸੇ ਤਰੀਕੇ ਨਾਲ ਫੋਲੋ ਕਰਦੇ ਰਹੋਗੇ। ਸਤਿ ਸ਼੍ਰੀ ਅਕਾਲ।